ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਅੱਜ ਆਪਾਂ ਸੁਹਾਗ ਪੜ੍ਹਨੇ ਆ। ਸਭ ਤੋਂ ਪਹਿਲਾ ਸੁਹਾਗ ਹੈਗਾ ਚੜ੍ਹ ਚੁਬਾਰੇ ਸੁੱਤਿਆ। ਇਸ ਸੁਹਾਗ ਦੇ ਵਿੱਚ ਇੱਕ ਜਿਹੜੀ ਧੀ ਆ ਉਹ ਆਪਣੇ ਬਾਬਲ ਨੂੰ ਇੱਕ ਬੇਨਤੀ ਕਰਦੀ ਆ ਤੇ ਉਹਨੂੰ ਇਹ ਦਰਸਾਉਣਾ ਚਾਹੁੰਦੀ ਆ ਕਿ ਉਹਦੀ ਜਿਹੜੀਆਂ ਹਾਣ ਦੀਆਂ ਕੁੜੀਆਂ ਉਹ ਸਾਰੀਆਂ ਵਿਆਹੀਆਂ ਜਾ ਚੁੱਕੀਆਂ ਤੇ ਜਦ ਕਿ ਉਹਦਾ ਪਿਤਾ ਜਿਹੜਾ ਵਾ ਬੜਾ ਬੇਫਿਕਰਾ ਹੋਇਆ ਹੈ। ਸੁੱਤੇ ਤੋਂ ਭਾਵ ਇੱਥੇ ਬੇਫਿਕਰਾ ਹੋਣਾ ਹੈ। ਕੀ ਕਹਿੰਦੀ ਉਹ ਆਪਣੇ ਪਿਤਾ ਨੂੰ ਕਿ ਚੜ੍ਹ ਚੁਬਾਰੇ ਸੁੱਤਿਆ ਬਾਬਲ ਆਈ ਬਨੇਰੇ ਦੀ ਛਾਂ, ਤੂੰ ਸੁੱਤਾ ਲੋਕੀ ਜਾਗਦੇ ਘਰ ਬੈਠੀ ਹੋਈ ਮੁਟਿਆਰ। ਆਪਣੇ ਪਿਤਾ ਨੂੰ ਧੀ ਕਹਿੰਦੀ ਆ ਕਿ ਤੂੰ ਤੇ ਮੇਰਾ ਪਿਤਾ ਜਿਹੜਾ ਉਹ ਚੁਬਾਰੇ 'ਤੇ ਚੜ੍ਹ ਕੇ ਸੁੱਤਾ ਹੋਇਆ ਆ ਤੇ ਬਹੁਤ ਵੱਡਾ ਦਿਨ ਆ ਗਿਆ। ਬਨੇਰੇ ਵੀ ਜਿਹੜੇ ਉਹਨਾਂ ਦੀਆਂ ਛਾਵਾਂ ਆ ਗਈਆਂ ਆ, ਲੋਕੀ ਸਾਰੇ ਜਾਗ ਰਹੇ ਆ ਤੇ ਘਰ ਤੇਰੇ ਬੇਟੀ ਜਿਹੜੀ ਉਹ ਮੁਟਿਆਰ ਹੋਈ ਆ, ਪਰ ਤੂੰ ਬਹੁਤ ਹੀ ਜ਼ਿਆਦਾ ਬੇਫਿਕਰਾ ਹੈ। ਕੁੱਲ ਮਿਲਾ ਕੇ ਇਹ ਕਿਹਾ ਕਿ ਲੋਕੀ ਬੜੇ ਜਾਗਰੂਕ ਆ। ਕਈ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਆ ਕਿ ਉਹਨਾਂ ਦੇ ਘਰੇ ਧੀ ਜਿਹੜੀ ਉਹ ਮੁਟਿਆਰ ਆ, ਪਰ ਉਹਦਾ ਪਿਤਾ ਜਿਹੜਾ ਬੜਾ ਬੇਫਿਕਰਾ ਆ ਤੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਕੋਈ ਵੀ ਪਰਵਾਹ ਜਿਹੜੀ ਉਹ ਨਹੀਂ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀਆਂ ਤਲਾਅ, ਮੈਲ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ। ਇਹਨਾਂ ਲਾਈਨਾਂ ਦੇ ਵਿੱਚ ਇੱਕ ਧੀ ਜਿਹੜੀ ਉਹ ਕਹਿੰਦੀ ਆ ਕਿ ਉਹ ਛੰਨਾ ਦੁੱਧ ਦਾ ਭਰ ਕੇ ਤਲਾਅ ਦੇ ਉੱਤੇ ਨਹਾਉਣ ਚੱਲੀ ਆ। ਜੇ ਤਾਂ ਉਹਦੇ ਸਰੀਰ ਨੂੰ ਮੈਲ ਲੱਗੀ ਹੋਵੇ ਤਾਂ ਉਹ ਨਹਾਤਿਆਂ ਧੋਤਿਆਂ ਝੜ ਜਾਵੇ, ਸਾਫ਼ ਹੋ ਜਾਵੇ, ਪਰ ਉਹ ਇੰਨੀ ਕੁ ਰੂਪਵਾਨ ਆ ਕਿ ਉਹ ਆਂਦੀ ਕਿ ਰੂਪ ਮੇਰਾ ਜਿਹੜਾ ਕਿਸੇ ਵੀ ਤਰੀਕੇ ਨਾਲ ਢਲਦਾ ਨਹੀਂ ਹੈ। ਸੋ ਉਹ ਕਹਿਣਾ ਚਾਹੁੰਦੀ ਹੈ ਕਿ ਬੇਹੱਦ ਰੂਪਵਾਨ ਆ। ਲੋਕ ਜਿਹੜੇ ਉਹਦੇ ਰੂਪ ਦੀਆਂ ਗੱਲਾਂ ਕਰਦੇ ਆ। ਸੋ ਉਹਦਾ ਪਿਤਾ ਜਿਹੜਾ ਵਾ ਇੰਨਾ ਲਾਪਰਵਾਹ ਜਾਂ ਬੇਫਿਕਰਾ ਨਾ ਹੋਵੇ, ਕਿਉਂਕਿ ਉਹਦੇ ਘਰ ਜਿਹੜੀ ਆ ਬੇਟੀ ਉਹ ਜਵਾਨ ਹੋ ਚੁੱਕੀ ਹੈ। ਮਾਏ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ, ਸਾਡੇ ਤਾਂ ਹਾਣ ਦੀਆਂ ਸਾਬਰੇ ਵਾਰੀ, ਸਾਡੜੇ ਮਨ ਵਿੱਚ ਚਾਹ। ਹੁਣ ਧੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਤੇਰੇ ਤੋਂ ਕੁਰਬਾਨ ਜਾਂਦੀ ਆ, ਤੂੰ ਮੇਰੇ ਪਿਤਾ ਨੂੰ ਇਹ ਗੱਲ ਸਮਝਾ ਕਿ ਮੇਰੇ ਹਾਣ ਦੀਆਂ ਸਾਰੀਆਂ ਕੁੜੀਆਂ ਜਿਹੜੀਆਂ ਉਹ ਵਿਆਹੀਆਂ ਜਾ ਚੁੱਕੀਆਂ, ਸਹੁਰੇ ਜਾ ਚੁੱਕੀਆਂ, ਤੇ ਮੇਰੇ ਮਨ ਦੇ ਵਿੱਚ ਵੀ ਜਿਹੜਾ ਵਾ ਵਿਆਹ ਦਾ ਜਾਂ ਸਹੁਰੇ ਘਰ ਜਾਣ ਦਾ ਇੱਕ ਚਾਅ ਆ, ਖੁਸ਼ੀ ਆ। ਬਾਬਲ ਰੋਂਦੇ ਦੀ ਦਾੜੀ ਭਿੱਜੀ ਵਾਰੀ, ਮਾਈ ਨੇ ਦਰਿਆ ਚਲਾ, ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾਅ। ਹੁਣ ਦੱਸਦੀ ਕਿ ਜਦੋਂ ਕੁੜੀ ਦਾ ਵਿਆਹ ਦੀ ਗੱਲ ਘਰ ਵਿੱਚ ਚੱਲਦੀ ਆ, ਵਿਆਹ ਧਰਿਆ ਜਾਂਦਾ ਆ, ਸਾਰੇ ਉਹਦੇ ਭੈਣ ਭਰਾ ਰਿਸ਼ਤੇਦਾਰ ਜਿਹੜੇ ਉਹ ਬੇਹੱਦ ਉਦਾਸ ਹੋ ਜਾਂਦੇ ਆ। ਉਹਦੇ ਪਿਤਾ ਦੀ ਰੋਂਦੇ ਦੀ ਦਾੜੀ ਭਿੱਜ ਜਾਂਦੀ ਆ, ਮਾਂ ਵੀ ਉਹਦੀ ਅੱਖਾਂ ਵਿੱਚੋਂ ਦਰਿਆ ਚਲਾ ਦਿੰਦੀ ਆ। ਉਹਦੇ ਭਰਾ ਦਾ ਰੋ ਰੋ ਕੇ ਜਿਹੜਾ ਵਾ ਅੱਖਾਂ ਪੂੰਝ ਪੂੰਝ ਕੇ ਰੁਮਾਲ ਭਿੱਜ ਜਾਂਦਾ, ਪਰ ਭਾਬੋ ਦੇ ਉਹਦੇ ਮਨ ਵਿੱਚ ਚਾਅ ਹੁੰਦਾ। ਭਾਬੋ ਦੇ ਵਿਆਹ ਵੇਖਣ ਦਾ ਚਾਅ ਆ, ਇਸ ਕਰਕੇ ਉਹ ਕਹਿੰਦੀ ਕਿ ਸਾਰੇ ਰਿਸ਼ਤੇਦਾਰ ਜਿਹੜੇ ਆ ਉਹਦੇ ਵਿਆਹ ਨੂੰ ਲੈ ਕੇ ਬੇਹੱਦ ਉਦਾਸ ਹੋ ਜਾਂਦੇ। ਚੜ੍ਹ ਚੁਬਾਰੇ ਸੁੱਤਿਆ ਚਾਚਾ, ਆਈ ਬਨੇਰੇ ਦੀ ਛਾਂ, ਤੂੰ ਸੁੱਤਾ ਲੋਕੀ ਜਾਗਦੇ ਘਰ ਭਤੀਜੀ ਹੋਈ ਮੁਟਿਆਰ। ਫਿਰ ਰੈਪੀਟੀਸ਼ਨ ਹੈ ਸਾਰੇ ਪੈਰਿਆਂ ਦੀ। ਇਸ ਪੈਰੇ ਵਿੱਚ ਵੀ ਉਹਨੇ ਆਪਣੇ ਚਾਚੇ ਨੂੰ ਕਿਹਾ ਕਿ ਤੂੰ ਚੁਬਾਰੇ 'ਤੇ ਚੜ੍ਹ ਕੇ ਸੁੱਤਾ ਆ, ਬਨੇਰੇ ਦੀ ਛਾਂ ਆ ਗਈ, ਭਾਵ ਕਿ ਦਿਨ ਬੜਾ ਵੱਡਾ ਆ ਗਿਆ। ਪਰ ਸੁੱਤਾ ਅਤੇ ਬਨੇਰੇ ਦੀ ਛਾਂ ਤੋਂ ਉਹਦਾ ਭਾਵ ਇਹ ਆ ਕਿ ਉਹ ਬੇਹੱਦ ਲਾਪਰਵਾਹ ਹੋ ਚੁੱਕੇ ਆ। ਤੂੰ ਸੁੱਤਾ ਲੋਕੀ ਜਾਗਦੇ, ਲੋਕੀ ਜਿਹੜੇ ਉਹ ਬੜੇ ਜਾਗਰੂਕ ਆ, ਜਾਗ ਰਹੇ ਆ। ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਇਹਨਾਂ ਦੇ ਘਰ ਜਿਹੜੀ ਉਹ ਧੀ ਮੁਟਿਆਰ ਆ ਤੇ ਉਹਨੂੰ ਵਿਆਹੁੰਦੇ ਨਹੀਂ। ਫਿਰ ਉਹ ਦੱਸਦੀ ਆ ਕਿ ਉਹਦਾ ਰੂਪ ਜਿਹੜਾ ਵਾ ਬਹੁਤ ਜ਼ਿਆਦਾ ਉਹ ਰੂਪਵਾਨ ਆ, ਇਸ ਕਰਕੇ ਉਹਦਾ ਰੂਪ ਜਿਹੜਾ ਵਾ ਕਿਸੇ ਵੀ ਤਰੀਕੇ ਨਾਲ ਢਲ ਨਹੀਂ ਰਿਹਾ। ਚਾਚੀ ਨੀ ਸੁਣ ਮੇਰੀਏ ਵਾਰੀ, ਚਾਚੇ ਮੇਰੇ ਨੂੰ ਸਮਝਾ। ਫਿਰ ਉਹ ਰਿਪੀਟ ਕਰਦੀ ਲਾਈਨ, ਮਾਂ ਦੀ ਥਾਂ ਦੇ ਉੱਤੇ ਚਾਚੀ ਸ਼ਬਦ ਵਰਤ ਕੇ ਕਹਿੰਦੀ ਕਿ ਉਹ ਆਪਣੀ ਚਾਚੀ ਨੂੰ ਵੀ ਕਹਿੰਦੀ ਆ ਕਿ ਤੂੰ ਮੇਰੇ ਚਾਚੇ ਨੂੰ ਇਹ ਗੱਲ ਸਮਝਾ ਕਿ ਮੇਰੇ ਹਾਣ ਦੀਆਂ ਮੇਰੀ ਉਮਰ ਦੀਆਂ ਸਾਰੀਆਂ ਕੁੜੀਆਂ ਜਿਹੜੀਆਂ ਉਹ ਵਿਆਹੀਆਂ ਜਾ ਚੁੱਕੀਆਂ, ਤੇ ਮੇਰੇ ਮਨ ਵਿੱਚ ਵੀ ਵਿਆਹ ਦਾ ਜਾਂ ਸਹੁਰੇ ਘਰ ਜਾਣ ਦਾ ਚਾਅ ਆ। ਇਹ ਗੱਲ ਸੁਣ ਕੇ ਜਾਂ ਕੁੜੀ ਦਾ ਵਿਆਹ ਧਰਨ ਸਮੇਂ ਕੁੜੀ ਦਾ ਚਾਚਾ ਵੀ ਰੋਂਦਾ, ਚਾਚੀ ਵੀ ਰੋਂਦੀ ਆ, ਭਰਾ ਵੀ ਰੋਂਦਾ, ਪਰ ਉਹਦੀ ਜਿਹੜੀ ਭਰਜਾਈ ਹੁੰਦੀ, ਭਾਬੀ ਹੁੰਦੀ ਆ, ਉਹਦੇ ਮਨ ਦੇ ਵਿੱਚ ਆਪਣੀ ਨਨਾਣ ਦੇ ਵਿਆਹ ਨੂੰ ਲੈ ਕੇ ਬੇਹੱਦ ਖੁਸ਼ੀ ਤੇ ਚਾਅ ਆ। ਸੋ ਕੁੱਲ ਮਿਲਾ ਕੇ ਇਸ ਸੁਹਾਗ ਵਿੱਚ ਕੀ ਦੱਸਿਆ ਗਿਆ ਆ ਕਿ ਇੱਕ ਧੀ ਜਿਹੜੀ ਆ ਜਦੋਂ ਲੋਕ ਵੰਨ ਸੁਵੰਨੀਆਂ ਗੱਲਾਂ ਕਰਦੇ ਆ ਤੇ ਉਹਨਾਂ ਗੱਲਾਂ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੀ, ਇਸ ਕਰਕੇ ਉਹ ਆਪਣੀ ਮਾਂ ਨੂੰ, ਚਾਚੀਆਂ ਤਾਈਆਂ ਨੂੰ ਕਹਿੰਦੀ ਕਿ ਉਹਦੇ ਪਿਤਾ ਨੂੰ, ਉਹਦੇ ਚਾਚੇ ਤਾਇਆਂ ਨੂੰ ਸਮਝਾਉਣ ਕਿ ਲੋਕ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ, ਇਸ ਕਰਕੇ ਉਹਦੇ ਵਿਆਹ ਬਾਰੇ ਕੁਛ ਨਾ ਕੁਛ ਜਿਹੜਾ ਉਹ ਉਪਰਾਲਾ ਕਰਨ।